ਅੱਜ ਅਮਰਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਇਹਨੂੰ ਵਾਪਸ ਕਰਾਵਾਂਗਾ। ਇਹ ਆਪਸ ਵਿੱਚ ਮੈਨੂੰ ਲੱਗਦਾ ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਸਾਰੀਆਂ ਗੱਲਾਂ। ਅੱਜ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਮੁੱਖ ਮੰਤਰੀ ਸੀ ਉਦੋਂ ਕਿਉਂ ਨਹੀਂ ਗੱਲ ਕੀਤੀ ਭਾਜਪਾ ਨੂੰ? ਹੁਣ ਕਿਹੜੀ ਐਸੀ ਗੱਲ ਹੈ? ਮੈਂ ਤਾਂ ਇਹੀ ਸੈਂਟਰ ਨੂੰ ਬੇਨਤੀ ਕਰਨਾ ਚਾਹੁੰਦਾ, ਔਰ ਖਾਸ ਕਰਕੇ ਉਹਨਾਂ ਦੇ ਜਿਹੜੇ ਸਾਥੀ ਸੱਜਣ ਹੈ ਜਿਨ੍ਹਾਂ ਨੇ ਇਸ ਕਾਨੂੰਨ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ, ਹਰਸਿਮਰਤ ਕੌਰ ਬਾਦਲ ਪਰਿਵਾਰ ਨੂੰ, ਕਿਉਂਕਿ ਉਹ ਵੀ ਲੋਕ ਕਹਿੰਦੇ ਰਹੇ ਕਾਨੂੰਨ ਬੜਾ ਅੱਛਾ ਹੈ। ਫਿਰ ਅਸਤੀਫਾ ਦਿੱਤਾ ਜਦੋਂ ਲੋਕਾਂ ਨੇ ਆਵਾਜ਼ ਉਠਾਈ। ਮੈਂ ਤਾਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਐਸੇ ਕਾਰਜ ਤੇ ਐਸੇ ਕੰਮ ਨਾ ਕਰੋ ਕਿ ਔਰੰਗਜ਼ੇਬ ਨੂੰ ਲੋਕ ਭੁੱਲ ਜਾਣ, ਕਿ ਇਹ ਆਲਰੇਡੀ ਕੰਪਰੋਮਾਈਜ਼ ਹੋ ਚੁੱਕਿਆ ਸੀ ਕਿ ਮੈਂ 5 ਸਾਲ ਕਾਂਗਰਸ 'ਚ ਪੂਰੇ ਕਵਾਂਗਾ। ਉਸ ਤੋਂ ਬਾਅਦ ਮੈਂ ਆ ਜਿਹੜਾ ਕਿਸਾਨੀ ਮੁੱਦੇ ਨੂੰ ਤੁਸੀਂ ਲੰਮਾ ਕਰੋ, ਜਿੰਨਾ ਲੰਮਾ ਕਰੋਗੇ ਲੋਕਾਂ 'ਚ ਇਸ ਗੱਲ ਦਾ ਹੋਰ ਗੱਲ ਹੋਏਗੀ। ਫਿਰ ਮੈਂ ਤੁਹਾਡੇ ਕੋਲੇ ਆਵਾਂਗਾ ਇਸ ਮੁੱਦੇ ਨੂੰ ਸੁਲਝਾਉਣ ਵਾਸਤੇ, ਤੇ ਤੁਸੀਂ ਕਿਉਂ ਜੋ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਕਿਸਾਨ ਇਹ ਸਮਝਣਗੇ ਕਿ ਇਹ ਰਿਜ਼ੋਲਵ ਜਿਹੜਾ ਕੰਮ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਰਾਇਆ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੇਰੀ ਗੁਜ਼ਾਰਿਸ਼ ਹੈ, 117 ਸੀਟਾਂ ਤਾਂ ਚਲੋ ਤੁਸੀਂ ਲੜੋ, ਚੰਗੀ ਗੱਲ ਹੈ, ਪਰ ਜੇ ਨਾ ਵੀ ਲੜਨੀਆਂ ਹੁਣ ਤੁਸੀਂ ਜ਼ਰੂਰ ਚੋਣ ਲੜਿਓ, ਤਾਂ ਜੋ ਤੁਹਾਨੂੰ ਇਹ ਪਤਾ ਲੱਗ ਜੇ, ਜਾਂ ਜਿਹੜੇ ਤੁਹਾਡੇ ਲੋਕ ਆ ਆਸੇ ਪਾਸੇ ਜਿਹੜੇ ਤੁਹਾਨੂੰ ਐਡਵਾਈਜ਼ ਕਰ ਰਹੇ ਹੈ ਇਸ ਗੱਲ ਦੀ, ਉਹਨਾਂ ਦਾ ਵੀ ਤੁਹਾਨੂੰ ਪਤਾ ਲੱਗ ਜੇ ਕਿ ਉਹ ਸੱਚੇ ਦੋਸਤ ਹੈ ਕਿ ਝੂਠੇ ਦੋਸਤ ਹੈ। ਵਿਧਾਇਕ ਉਦੋਂ ਨਾਰਾਜ਼ ਸੀ ਜਦੋਂ ਕੈਪਟਨ ਸਾਹਿਬ ਉਹਨਾਂ ਨੂੰ ਸਾਲ ਮਿਲਣ ਦਾ ਮੌਕਾ ਨਹੀਂ ਮਿਲਦੇ ਸੀ। ਅੱਜ ਚੰਨੀ ਸਾਹਿਬ ਇੱਕ ਦਿਨ 'ਚ 4 ਵਾਰੀ ਵਿਧਾਇਕ ਨੂੰ ਮਿਲ ਲੈਂਦੇ ਆ। ਕੌਣ ਵਿਧਾਇਕ ਨਿਰਾਸ਼ ਹੈ? ਉਹਨਾਂ ਦੇ ਕਹਿਣ ਨਾਲ ਥੋੜੀ ਹੈ। ਫਿਰ ਉਹਨਾਂ ਨਾਲ ਕੁਰਸੀ ਤੇ ਬਿਠਾਉਂਦੇ, ਇਕੱਲੇ ਪ੍ਰੈਸ ਕਾਨਫਰੰਸ ਕਿਉਂ ਕੀਤੀ ਹੈ? ਜਿਸ ਤਰੀਕੇ ਦੇ ਨਾਲ ਰੋਜ਼-ਰੋਜ਼ ਨਵੀਂ ਖਬਰਾਂ ਆਉਂਦੀਆਂ ਕਿਸਾਨਾਂ ਨੂੰ ਲੈ ਕੇ, ਤੇ ਹੁਣ ਇੱਕ ਸੈਂਟਰ ਸਰਕਾਰ ਦਾ ਨਵਾਂ ਫਰਮਾਨ ਜਾਰੀ ਹੋਇਆ ਹੈ। ਇੱਕ ਨਿੱਜੀ ਜਿਹੜੇ ਚੈਨਲ ਦੇ ਜ਼ਰੀਏ ਖਬਰ ਪਤਾ ਚੱਲੀ ਹੈ, ਲੇਕਿਨ ਪੰਜਾਬ ਸਰਕਾਰ ਦੇ ਨੁਮਾਇੰਦੇ ਇਸ ਵੇਲੇ ਜਿਹੜੇ ਕਿ ਰਾਜਾ ਬੜਿੰਗ ਸਰ, ਕੈਬਨਿਟ ਮਿਨਿਸਟਰ ਸਾਡੇ ਨਾਲ ਮੌਜੂਦ ਹੈ। ਸਰ, ਇੱਕ ਨਵਾਂ ਹੁਣ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਵਿਜ਼ਿਟਸ ਦੀ ਗੱਲ ਹੋ ਰਹੀ ਹੈ, ਕੈਂਸਲਸ ਕੀਤੇ ਜਾਣਗੇ, ਔਰ ਇੱਕ ਬਹੁਤ ਹੀ ਮੰਦਭਾਗੀ ਘਟਨਾ ਵੀ ਸਵੇਰੇ ਘਟੀ ਹੈ। 3 ਮਹਿਲਾਵਾਂ ਨੂੰ ਜਿਸ ਤਰੀਕੇ ਦੇ ਨਾਲ ਕੁਚਲ ਦਿੱਤਾ ਜਾਂਦਾ ਹੈ, ਉਹ ਮਹਿਲਾਵਾਂ ਸੀ ਜਿਹੜੀਆਂ ਕਿ ਰੋਟੇਸ਼ਨ ਵਾਈਜ਼ ਆਈਆਂ ਸੀ ਲੇਕਿਨ ਕੁਚਲ ਦਿੱਤੀਆਂ ਗਈਆਂ। ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ? ਕਿਉਂਕਿ ਡੇ ਬਾਈ ਡੇ ਲਖੀਮਪੁਰ ਦਾ ਹੁੰਦਾ ਹੈ, ਉਸ ਤੋਂ ਬਾਅਦ ਇਹ ਚੀਜ਼ ਸਾਹਮਣੇ ਨਿਕਲ ਕੇ ਆਉਂਦੀ ਹੈ। ਡੇ ਬਾਈ ਡੇ ਕੇਂਦਰ ਸਰਕਾਰ ਇਸ ਤਰੀਕੇ ਦੀ ਚੀਜ਼ਾਂ ਜੋ ਨਿਕਲ ਕੇ ਆ ਰਹੀਆਂ ਹੈ, ਲਗਾਤਾਰ ਧਰਨੇ ਮੁਜ਼ਾਹਰੇ ਹੋ ਰਹੇ, ਲੇਕਿਨ ਉਸ ਤੋਂ ਬਾਵਜੂਦ ਵੀ ਕੁਝ ਨਹੀਂ ਹੋ ਰਿਹਾ। ਦੇਖੋ ਜੀ, ਜਿੱਥੋਂ ਤੱਕ ਤਾਂ ਅੱਜ ਬੜੀ ਮਦਭਾਗੀ ਘਟਨਾ ਜਿਹੜੀ ਵਾਪਰੀ ਟਿਕਰੀ ਬਾਰਡਰ ਤੇ, ਮੈਨੂੰ ਬੜਾ ਬੇਹੱਦ ਅਫਸੋਸ ਹੈ। ਪਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਬਲ ਬਖਸ਼ੇ ਇਹ ਵੱਡਾ ਕਹਿਰ ਚੱਲਣ ਦਾ। ਨਾਲ ਹੀ ਨਾਲ ਮੈਨੂੰ ਲੱਗਦਾ ਇਹ ਇਨਕੁਆਇਰੀ ਦਾ ਵਿਸ਼ਾ ਹੈ ਕਿ ਉਹ ਅਚਨਚੇਤ ਹੋਇਆ ਐਕਸੀਡੈਂਟ ਹੈ ਕਿ ਕੁਝ ਲੋਕਾਂ ਨੇ ਕਿਸੇ ਏਜੰਸੀ ਦਾ ਕੰਮ ਹੈ ਜਾਂ ਕਿਸੇ ਵਿਅਕਤੀ ਦਾ ਕੰਮ ਹੈ। ਸੋ ਇਨਕੁਆਇਰੀ ਦਾ ਮੈਟਰ ਹੈ, ਔਰ ਇਹਨਾਂ ਦੇ ਪਰਿਵਾਰਾਂ ਨੂੰ ਬਹੁਤ ਵੱਡਾ ਹਾਦਸਾ ਹੈ। ਮੈਨੂੰ ਲੱਗਦਾ ਮੈਂ ਚੀਫ ਮਿਨਿਸਟਰ ਸਾਹਿਬ ਦਿੱਲੀ ਗਏ ਹੋਏ ਹੈ, ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਹੋ ਨਹੀਂ ਪਾਈ। ਅੱਜ ਆਉਂਦੇ ਆ, ਉਹਨਾਂ ਨੂੰ ਇਤਲਾਹ ਵੀ ਦਿੰਦੇ ਆ। ਡੀਸੀ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਕਿ ਉਹਨਾਂ ਦੇ ਪਰਿਵਾਰਾਂ ਨਾਲ ਜਾਓ, ਉਹਨਾਂ ਨੂੰ ਪੁੱਛੋ ਕਿ ਸਰਕਾਰ ਕੀ ਮਦਦ ਕਰ ਸਕਦੀ ਹੈ, ਉਹਨਾਂ ਦੇ ਅਸੀਂ ਨਾਲ ਖੜੇ ਹਾਂ। ਇਹ ਲਗਾਤਾਰ ਅਨਿਆਏ ਹੋ ਰਿਹਾ ਕਿਸਾਨ ਨਾਲ। ਇਹ 650 ਕਿਸਾਨ ਪਹਿਲਾਂ ਚਲਾ ਗਿਆ, ਅੱਜ ਮੇਰੀਆਂ ਉਹ ਮਾਤਾ ਚਲਣ ਗਈਆਂ, ਕੁਝ ਲੋਕ ਲਖੀਮਪੁਰ ਖੀਰੀ ਚਲੇ ਗਏ, ਕੁਚਲ ਦਿੱਤੇ ਗਏ। ਇਹ ਮੈਨੂੰ ਲੱਗਦਾ ਕਿ ਇਹ ਭਾਜਪਾ ਦੀ ਚਾਲ ਹੈਗੀ ਆ, ਇਹ ਸਾਜ਼ਿਸ਼ ਦੇ ਤਹਿਤ ਸਭ ਕੁਝ ਕੰਮ ਹੋ ਰਿਹਾ। ਇੰਨੇ ਵੱਡੇ ਸੰਘਰਸ਼ ਤੋਂ ਬਾਅਦ ਸਾਡੀ ਕੀ ਡਿਮਾਂਡ ਹੈ? ਅਸੀਂ ਕਹਿੰਦੇ ਕਿ ਰੋਲ ਬੈਕ ਕਰੋ ਜਿਹੜਾ ਤੁਸੀਂ ਕਾਲੇ ਕਾਨੂੰਨ ਲੈ ਕੇ ਆਏ ਹੋ। ਸੋ ਫਿਰ ਗੱਲ ਨਹੀਂ ਮੰਨੀ ਜਾ ਰਹੀ, ਉਲਟਾ ਡਿਮੋਰਲਾਈਜ਼ ਕੀਤਾ ਜਾ ਰਿਹਾ ਜਿਹੜੇ ਲੋਕ ਉਹਨਾਂ ਦੀ ਮਦਦ ਕਰਦੇ ਆ। ਕਿਸੇ ਦੇ ਮਗਰ ਈਡੀ ਪਾ ਦਿੱਤੀ ਜਾਂਦੀ ਹੈ, ਕਿਸੇ ਦੇ ਮਗਰ ਇਨਕਮ ਟੈਕਸ ਆੜਤੀਆਂ ਦੇ ਮਗਰ ਪਾ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਸਮਰਥਨ ਦਿੱਤਾ। ਅੱਜ NRI ਭਰਾ ਜਿਹੜੇ ਉੱਥੇ ਉਹ ਇਹਨਾਂ ਦੀ ਮਦਦ ਕਰਨ ਆਏ, ਉਹਨਾਂ ਦੇ OCI ਕਾਰਡ ਦੇ ਬਾਰੇ ਕਹਿੰਦਾ ਕਿ ਕੈਂਸਲ ਕਰ ਦਿੱਤੇ ਜਾਣ, ਉਹਨਾਂ ਦੇ ਵੀਜ਼ਾਸ ਕੈਂਸਲ ਕਰਨ ਦੀ ਗੱਲ ਹੋ ਰਹੀ ਹੈ। ਤਾਂ ਜੋ ਕਿਵੇਂ ਨਾ ਕਿਵੇਂ ਅਸੀਂ ਇਸ ਅੰਦੋਲਨ ਨੂੰ ਉਖਾੜ ਦਈਏ। ਲੇਕਿਨ ਮੈਂ ਤਾਂ ਇਹੀ ਸੈਂਟਰ ਨੂੰ ਬੇਨਤੀ ਕਰਨਾ ਚਾਹੁੰਦਾ, ਔਰ ਖਾਸ ਕਰਕੇ ਉਹਨਾਂ ਦੇ ਜਿਹੜੇ ਸਾਥੀ ਸੱਜਣ ਹੈ ਜਿਨ੍ਹਾਂ ਨੇ ਇਸ ਕਾਨੂੰਨ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ, ਹਰਸਿਮਰਤ ਕੌਰ ਬਾਦਲ ਪਰਿਵਾਰ ਨੂੰ, ਕਿਉਂਕਿ ਉਹ ਵੀ ਲੋਕ ਕਹਿੰਦੇ ਰਹੇ ਕਾਨੂੰਨ ਬੜਾ ਅੱਛਾ ਹੈ। ਫਿਰ ਅਸਤੀਫਾ ਦਿੱਤਾ ਜਦੋਂ ਲੋਕਾਂ ਨੇ ਆਵਾਜ਼ ਉਠਾਈ। ਅੱਜ ਅਮਰਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਮੈਂ ਇਹਨੂੰ ਵਾਪਸ ਕਰਾਵਾਂਗਾ। ਇਹ ਆਪਸ ਵਿੱਚ ਮੈਨੂੰ ਲੱਗਦਾ ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਸਾਰੀਆਂ ਗੱਲਾਂ। ਅੱਜ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਮੁੱਖ ਮੰਤਰੀ ਸੀ ਉਦੋਂ ਕਿਉਂ ਨਹੀਂ ਗੱਲ ਕੀਤੀ ਭਾਜਪਾ ਨੂੰ? ਹੁਣ ਕਿਹੜੀ ਐਸੀ ਗੱਲ ਹੈ? ਸੋ ਇਸੇ ਕਰਕੇ ਮੈਂ ਕੈਪਟਨ ਸਾਹਿਬ ਨੂੰ ਵੀ ਕਿਹਾ ਸੀ ਕਿ ਹੀ ਇਜ਼ ਅ ਕੰਪਰੋਮਾਈਜ਼ ਚੀਫ ਮਿਨਿਸਟਰ,
ਐਂਡ ਇਹ ਬਹੁਤ ਮਾੜੀ ਗੱਲ ਹੈ। ਮੈਂ ਤਾਂ ਕੇਂਦਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਐਸੇ ਕਾਰਜ ਤੇ ਐਸੇ ਕੰਮ ਨਾ ਕਰੋ ਕਿ ਔਰੰਗਜ਼ੇਬ ਨੂੰ ਲੋਕ ਭੁੱਲ ਜਾਣ, ਕਿ ਐਡੇ ਵੱਡੇ ਅਤਿਆਚਾਰ ਨਾ ਕਰੋ। ਤੁਸੀਂ ਦੇਸ਼ ਵਾਸੀਆਂ ਨਾਲ ਐਸਾ ਵਤੀਰਾ ਕਰ ਰਹੇ ਹੋ ਕਿ ਜਿਵੇਂ ਅਸੀਂ ਤਾਲੀਬਾਨ ਤੋਂ ਆਏ ਹੁੰਦੇ ਹਾਂ। ਸੋ ਇਹ ਨਹੀਂ ਹੋਣਾ ਚਾਹੀਦਾ, ਇਹ ਬਹੁਤ ਮਾੜੀ ਗੱਲ ਹੈ। ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਅਗਰ ਇਹ ਵੀਜ਼ਾਸ ਕੈਂਸਲ ਹੋ ਜਾਂਦੇ ਹੋ, ਸਹੀ ਕਾਰਜ ਕੈਂਸਲ ਹੋ ਜਾਂਦੇ ਹੈ, ਸਰਕਾਰ ਨੂੰ ਇਹ ਲੱਗਦਾ ਕਿ ਇਹ ਚੀਜ਼ਾਂ ਅਸੀਂ ਕਰਕੇ ਸ਼ਾਇਦ ਹੌਸਲੇ ਨੀਚੇ ਗੇਰ ਦੇਣਗੇ? ਤੁਹਾਨੂੰ ਕੀ ਲੱਗਦਾ, ਕਿਉਂਕਿ ਕਿਸਾਨਾਂ ਦੇ ਹੌਸਲੇ ਡੇ ਬਾਈ ਡੇ ਵੱਧ ਰਹੇ ਨੇ? ਦੇਖੋ ਜੀ, ਪੰਜਾਬੀਆਂ ਨੇ, ਇਹੀ ਤਾਂ ਮਾਰਸ਼ਲ ਕੌਮ ਹੈ, ਇਹੀ ਤਾਂ ਪੰਜਾਬੀਆਂ 'ਚ ਖਾਸੀਅਤ ਹੈ। ਇਹ ਤਾਂ ਜਿੰਨਾ ਇਹਨੂੰ ਦਬਾਓਗੇ ਨਾ, ਇਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਦੀ ਦਬਾਉਣ ਦੇ ਨਾਲ ਇਹ ਬੈਠ ਜਾਣਗੇ। ਇਹ ਦਬਾਉਣ ਦੇ ਨਾਲ ਕਦੇ ਪੰਜਾਬੀ 'ਚ ਨਹੀਂ ਬੈਠਦਾ। ਇਹ ਤਾਂ ਉਨੀ ਉਤੇਜਨਾ ਨਾਲ ਫਿਰ ਉੱਠ ਕੇ ਖੜਾ ਹੁੰਦਾ ਹੈ। ਸੋ ਤਾਂ ਹੀ ਤਾਂ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, 1.25 ਲੱਖ ਸੇ ਇੱਕ ਲੜਾਊਂ ਤभी ਗੁਰੂ ਗੋਬਿੰਦ ਸਿੰਘ ਨਾਮ ਕਹਿਲਾਊਂ। ਬਾਰਡਰ ਤੇ ਸਾਈਚਿਨ ਬਾਰਡਰ ਹੈ, ਉੱਥੇ ਪੰਜਾਬੀ ਇੱਕ ਇੱਕ ਖੜ ਕੇ 20 ਨਾਲ ਪੰਗਾ ਲੈਂਦਾ। ਉਹ ਮੈਨੂੰ ਯਾਦ ਹੈ ਗੁਰਤੇਜ ਸਿੰਘ ਬਡਲਾਡੇ ਤੋਂ ਜਿਹੜੇ ਸ਼ਹੀਦ ਹੋਏ, ਉਹ ਲੇਕਿਨ ਪਹਿਲਾਂ ਉਹਨਾਂ ਨੇ 15 ਦੀ ਜਾਨ ਲਈ, ਫਿਰ ਉਹ ਸ਼ਹੀਦ ਹੋਏ। ਸੋ ਇਹ ਪੰਜਾਬੀਆਂ ਨੂੰ ਦਬਾਉਣ ਨਾ, ਮੈਂ ਇਹ ਕਹਿਣਾ ਕਿ ਜਿਸ ਤਰ੍ਹਾਂ ਦਾ ਉਹਨਾਂ ਨੂੰ ਇਸ ਦਬਾਉਣ ਦੀ ਗੱਲ ਕੀਤੀ ਜਾਂਦੀ ਹੈ, ਇਹ ਨਹੀਂ ਹੋਣਾ ਚਾਹੀਦਾ। ਸੋ ਉਹਨਾਂ ਨੂੰ ਲੱਗਦਾ ਕਿ ਅੰਦੋਲਨ ਨੂੰ ਉਖਾੜ ਦੇਵਾਂਗੇ, ਲੇਕਿਨ ਇਹ ਨਹੀਂ ਹੋਏਗਾ। ਪੰਜਾਬ ਸਰਕਾਰ ਅਗਰ ਇਸ ਮੁੱਦੇ ਨੂੰ ਲੈ ਕੇ, ਖਾਸ ਕਰ ਵੀਜ਼ਾ ਮੁੱਦੇ ਨੂੰ, ਕਿ ਆਲਮੋਸਟ ਪੰਜਾਬ ਦੇ ਲੋਕ ਹੀ ਉੱਥੇ ਨੇ ਔਰ ਮਸਲਾ ਵੀ ਕਿਸਾਨੀ ਦਾ ਹੈ, ਪੰਜਾਬ ਸਰਕਾਰ ਦਾ ਕਿਆ? 100% ਵੀ ਆਰ ਵਿਦ NRIs, ਸਾਡੇ ਭਰਾਵਾਂ ਦੇ ਨਾਲ। ਅਸੀਂ ਬਿਲਕੁਲ ਇਹ ਨਹੀਂ ਹੋਣ ਦਿਆਂਗੇ, ਬੇਸ਼ੱਕ ਸਾਨੂੰ ਕੁਝ ਵੀ ਕਰਨਾ ਪਵੇ। ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਹੀ ਹੋਏਗਾ ਕਿ ਉਹ ਕੇਂਦਰ ਨਾਲ ਗੱਲ ਕਰਨ। ਜੇ ਲੋੜ ਪਈ ਤਾਂ ਫਿਰ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸੰਘਰਸ਼ ਵੀ ਵਿੱਢਣਾ ਪਏਗਾ ਤਾਂ ਅਸੀਂ ਵਿੱਢਾਂਗੇ। ਕੈਪਟਨ ਅਮਰਿੰਦਰ ਸਿੰਘ, ਤੁਸੀਂ ਗੱਲ ਬੋਲੀ, ਤੁਸੀਂ ਜਦੋਂ ਪ੍ਰੈਸ ਕਾਨਫਰੰਸ ਕੀ ਤੁਸੀਂ ਬੋਲੇ ਕੰਪਰੋਮਾਈਜ਼ਡ ਉਹ ਚੀਫ ਮਿਨਿਸਟਰ ਨੇ ਪਹਿਲਾਂ ਜਿਹੜੇ ਰਹੇ ਸੀ, ਲੇਕਿਨ ਕੀ ਲੱਗਦਾ ਹੈ ਉਹ ਅੱਜ ਫਿਰ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਰਹੇ ਨੇ? ਇੱਕ ਪਾਸੇ ਉਹ ਕਹਿੰਦੇ ਨੇ ਕਿ 4.5 ਸਾਲ ਦਾ ਆਪਣਾ ਜਿਹੜਾ ਸਾਲ ਗਿਣਾਉਂਦੇ ਨੇ ਕਿ ਮੈਂ ਬਹੁਤ ਕੁਝ ਕੀਤਾ ਹੈ। ਰੂਸਾ ਆਲਮ ਦੀ ਗੱਲ ਕੀਤੀ ਜਾਂਦੀ ਹੈ, ਉਸ ਦਾ ਮੁੱਦਾ ਉਹ ਕਹਿੰਦੇ ਨੇ ਕਿ ਮੁੱਦਾ ਸਿਰਫ ਬਣਾਇਆ ਜਾ ਰਿਹਾ, ਉਸ ਦਾ ਵੀ ਬਿਆਨ ਆਉਂਦਾ ਹੈ ਸਾਹਮਣੇ ਨਿਕਲ ਕੇ ਕਿ ਸਿਰਫ ਰਾਜਨੀਤੀ ਹੋ ਰਹੀ ਹੈ ਮੈਨੂੰ ਲੈ ਕੇ। तमाम ਚੀਜ਼ਾਂ ਇਸ ਤਰ੍ਹਾਂ ਵਿਚਰ ਰਹੀਆਂ ਹੈ। ਕੀ ਲੱਗਦਾ ਹੈ ਕਿ ਜੋ ਕੈਪਟਨ ਅਮਰਿੰਦਰ ਕਹਿ ਰਹੇ ਨੇ ਕਿ ਬਹੁਤ ਸਾਰੇ ਵਿਧਾਇਕ ਵੀ ਜਿਹੜੇ ਕਿ ਤੰਗ ਕੀਤੇ ਜਾ ਰਹੇ ਨੇ, ਉਹਨਾਂ ਨੇ ਵਰਡ ਯੂਜ਼ ਕੀਤਾ ਹੈ ਕਿ ਅੰਦਰ ਕਿ ਮੈਂ ਜਦੋਂ 117 ਸੀਟਾਂ ਪਰ ਚੋਣਾਂ ਲੜਾਂਗਾ। ਕੀ ਲੱਗਦਾ ਹੈ ਕਿ ਇਹ ਜੋ ਚੀਜ਼ਾਂ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ, ਉਸ ਤੋਂ ਬਾਅਦ ਦਿੱਲੀ ਜਿਹੜੇ ਕਿ ਤਲਬ ਕੀਤੇ ਜਾਂਦੇ ਹਨ, ਬਹੁਤ ਸਾਰੇ ਬਿਆਨਬਾਜ਼ੀਆਂ ਨਿਕਲ ਕੇ ਆ ਰਹੀਆਂ। ਸਰ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਜਿਹੜੀਆਂ ਚੀਜ਼ਾਂ ਹੈ ਜੋ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ, ਜੋ ਇਹ ਗੱਲਾਂ ਆ ਰਹੀਆਂ, ਕਿ ਕਿਤੇ ਨਾ ਕਿਤੇ ਇਹ ਕਾਂਗਰਸ ਨੂੰ ਸੈਟਬੈਕ ਹੋਏਗਾ? ਨਹੀਂ ਜੀ, ਕਿਸੇ ਪ੍ਰਕਾਰ ਦਾ ਕੋਈ ਸੈਟਬੈਕ ਨਹੀਂ ਹੋਏਗਾ। ਕੈਪਟਨ ਅਮਰਿੰਦਰ ਸਿੰਘ ਜੀ ਨੂੰ 9.5 ਸਾਲ ਪੰਜਾਬ ਦਾ ਮੁੱਖ ਮੰਤਰੀ ਰਹਿਣ ਦਾ ਕਾਂਗਰਸ ਪਾਰਟੀ ਨੇ ਮੌਕਾ ਦਿੱਤਾ ਔਰ ਜੋ ਉਹਨਾਂ ਨੇ ਚੰਗੇ ਫੈਸਲੇ ਕੀਤੇ ਸੀ, ਇਸੇ ਕਰਕੇ ਉਹਨਾਂ ਨੂੰ ਦੁਬਾਰੇ ਚੁਣਿਆ ਗਿਆ। ਉਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਮੈਨੀਫੈਸਟੋ ਦੇ ਅੰਦਰ, ਜਿਹੜੇ तमाम ਵਾਅਦੇ ਲੋਕ ਨਾਰਾਜ਼ ਹੈ ਕਿ ਉਹਨਾਂ ਨੇ ਪੂਰੇ ਨਹੀਂ ਕੀਤੇ ਆਪਦੇ ਕਾਰਿਆਕਾਲ। ਜਿਵੇਂ ਕਿ ਹੁਣ ਬੱਸਾਂ ਦੀ ਗੱਲ ਕਰ ਲਈਏ, ਕੁਝ ਗੱਲਾਂ ਉਹਨਾਂ ਦੇ ਕਰਨ ਵਾਲੀਆਂ ਸੀ ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ, ਹੁਣ ਮੈਂ 1.5 ਮਹੀਨੇ 'ਚ ਕਰ ਰਿਹਾ। ਸੋ ਲੋਕ ਉਹਨਾਂ ਨਾਲ ਨਾਰਾਜ਼ ਨੇ। ਲੋਕ ਇਹ ਸਮਝਦੇ ਨੇ ਕਿ ਇਹਨਾਂ ਨੇ ਕੰਪਰੋਮਾਈਜ਼ ਕੀਤਾ ਹੋਇਆ ਸੀ ਬਾਦਲਜ਼ ਦੇ ਨਾਲ, ਇਹਨਾਂ ਦਾ ਕੰਪਰੋਮਾਈਜ਼ ਸੀਗਾ ਅਮਿਤ ਸ਼ਾਹ ਦੇ ਨਾਲ। ਸੋ ਇਹਨਾਂ ਨੇ ਉਹ ਕੰਮ ਕੀਤੇ ਜੋ ਬੀਜੇਪੀ ਦਾ ਇਸ਼ਾਰਾ ਸੀ ਜਾਂ ਸੁਖਬੀਰ ਬਾਦਲ ਦਾ ਇਸ਼ਾਰਾ ਸੀ, ਜੋ ਲੋਕਾਂ ਦੀ ਆਵਾਜ਼ ਸੀ ਮਾਫੀਆਜ਼ ਨੂੰ ਖਤਮ ਕਰਨ ਦੀ, ਉਹਦੇ ਤੇ ਇਹਨਾਂ ਨੇ ਬਿਲਕੁਲ ਕੰਮ ਨਹੀਂ ਕੀਤਾ 5 ਸਾਲ। ਔਰ ਜਿੱਥੋਂ ਤੱਕ ਉਹਨਾਂ ਦੀ ਰੂਸਾ ਜੀ ਦਾ ਸਵਾਲ ਹੈ, ਮੈਂ ਸਮਝਦਾ ਕਿ ਮੈਂ ਉਹਦੇ ਤੇ ਟਿੱਪਣੀ ਨਾ ਕਰਾਂ ਤਾਂ ਬਿਹਤਰੀਨ ਹੋਊਗਾ। ਉਹਨਾਂ ਦੀ ਆਪਦੀ ਜ਼ਿੰਦਗੀ ਦਾ, ਨਿੱਜੀ ਜ਼ਿੰਦਗੀ ਦਾ ਸਵਾਲ ਹੈ ਜਿਹੜਾ ਅੱਜ ਅਮਿਤ ਸ਼ਾਹ ਨੂੰ ਲੈ ਕੇ ਗਏ ਨੇ, ਅਮਿਤ ਸ਼ਾਹ ਜੀ ਕੋਲੇ। ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਕੀ ਐਸੀ ਚੀਜ਼ ਆ ਗਈ ਤੁਹਾਡੇ ਕੋਲੇ ਕਾਂਗਰਸ ਤੋਂ ਜਾਣ ਤੋਂ ਬਾਅਦ ਕਿ ਅਮਿਤ ਸ਼ਾਹ ਤੁਹਾਡੀ ਗੱਲ ਮੰਨਣ ਲਈ ਤਿਆਰ ਹੋ ਗਏ? ਇਹ ਸਭ ਕੁਝ ਤੁਸੀਂ 650 ਲੋਕਾਂ ਨੂੰ ਮਰਵਾ ਕੇ ਕਿਉਂ ਕੀਤਾ? ਇਹ ਕਿਉਂ ਨਾ ਤੁਸੀਂ ਬਤੌਰ ਮੁੱਖ ਮੰਤਰੀ ਪੰਜਾਬ, ਤੁਹਾਡੀ ਜ਼ਿੰਮੇਵਾਰੀ ਬਣਦੀ ਸੀ, ਪਹਿਲਾਂ ਕਿਉਂ ਨਹੀਂ ਅਮਿਤ ਸ਼ਾਹ ਕੋਲ ਗਏ? ਜੇ ਪਹਿਲਾਂ ਤੁਹਾਨੂੰ ਟਾਈਮ ਨਹੀਂ ਮਿਲਦਾ ਸੀ ਤਾਂ ਹੁਣ ਕਿਉਂ ਮਿਲ ਰਿਹਾ? ਤੇ ਜੇ ਹੁਣ ਮਿਲ ਰਿਹਾ ਤਾਂ ਪਹਿਲਾਂ ਕਿਉਂ ਨਹੀਂ ਮਿਲ ਰਿਹਾ ਸੀ? ਇਹ ਸਭ ਸਾਜ਼ਿਸ਼ ਦੇ ਤਹਿਤ ਹੋਇਆ, ਕਿਉਂਕਿ ਇਹ ਆਲਰੇਡੀ ਕੰਪਰੋਮਾਈਜ਼ ਹੋ ਚੁੱਕਿਆ ਸੀ ਕਿ ਮੈਂ 5 ਸਾਲ ਕਾਂਗਰਸ 'ਚ ਪੂਰੇ ਕਵਾਂਗਾ। ਉਸ ਤੋਂ ਬਾਅਦ ਮੈਂ ਆ ਜਿਹੜਾ ਕਿਸਾਨੀ ਮੁੱਦੇ ਨੂੰ ਤੁਸੀਂ ਲੰਮਾ ਕਰੋ, ਜਿੰਨਾ ਲੰਮਾ ਕਰੋਗੇ ਲੋਕਾਂ 'ਚ ਇਸ ਗੱਲ ਦਾ ਹੋਰ ਗੱਲ ਹੋਏਗੀ। ਫਿਰ ਮੈਂ ਤੁਹਾਡੇ ਕੋਲੇ ਆਵਾਂਗਾ ਇਸ ਮੁੱਦੇ ਨੂੰ ਸੁਲਝਾਉਣ ਵਾਸਤੇ, ਤੇ ਤੁਸੀਂ ਕਿਉਂ ਜੋ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਕਿਸਾਨ ਇਹ ਸਮਝਣਗੇ ਕਿ ਇਹ ਰਿਜ਼ੋਲਵ ਜਿਹੜਾ ਕੰਮ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਰਾਇਆ ਹੈ, ਤੇ ਮੈਂ ਫਿਰ ਇੱਕ ਪਾਰਟੀ ਨਵੀਂ ਬਣਾਵਾਂਗੇ ਜਿਹਦੇ ਨਾਲ ਤੁਹਾਡਾ ਤੇ ਸਾਡਾ ਅਲਾਇੰਸ ਹੋਏਗਾ ਤੇ ਅਸੀਂ 117 ਸੀਟਾਂ ਤੇ ਲੜਾਂਗੇ। ਲੇਕਿਨ ਪੰਜਾਬ ਦੀ ਜਨਤਾ ਬੜੀ ਹੁਸ਼ਿਆਰ ਹੈ, ਬੜੀ ਸਿਆਣੀ ਹੈ। ਉਹ ਜਾਣਦੀ ਹੈ ਕਿ ਇਸ ਗੱਲ ਦਾ, ਅੰਦੋਲਨ ਦਾ ਫਾਇਦਾ, ਇਸ ਦਾ ਰੋਲ ਬੈਕ ਦਾ ਫਾਇਦਾ ਤਾਂ ਹੁੰਦਾ ਜੇ ਇੱਕ ਕਿਸਾਨ ਦੀ ਜਾਨ ਨਾ ਜਾਂਦੀ। ਅੱਜ ਉਹਨਾਂ ਨੂੰ ਸਾਲ ਹੋ ਗਿਆ ਧਰਨਿਆਂ ਤੇ ਬੈਠਿਆਂ ਨੂੰ,
100 ਦੀ ਤਾਦਾਦ ਵਿੱਚ ਲੋਕ ਚਲੇ ਗਏ, ਪਰਿਵਾਰ ਉਹਨਾਂ ਦੇ ਉੱਜੜ ਚੁੱਕੇ ਹੈ, ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਇਸ ਗੱਲ ਦਾ ਕੋਈ ਫਾਇਦਾ ਨਹੀਂ। ਇਹ ਤਾਂ ਉਹਨਾਂ ਦੀ ਜ਼ੱਦੋ ਜ਼ਹਿਦ ਤੋਂ ਬਾਅਦ ਸਰਕਾਰ ਅਗਰ ਝੁਕੇਗੀ, ਇਹਦਾ ਕ੍ਰੈਡਿਟ ਨਹੀਂ ਜਾਣਾ। ਔਰ ਜਿਹੜਾ ਇਹ ਚਾਹ ਵੀ ਹੈ 80 ਵਰਿਆਂ ਦੀ ਉਮਰ ਦੇ ਵਿੱਚ ਇਹ ਲਾ ਲੈਣਾ ਚਾਹੀਦਾ ਹੈ। ਕਈ ਵਾਰੀ ਬੰਦੇ ਨੂੰ ਬਹੁਤ ਸਾਰੇ ਵਹਿਮ ਤੇ ਭਰਮ ਹੋ ਜਾਂਦੇ ਆ ਕਿ ਮੇਰੇ ਤੋਂ ਬਿਨਾ ਕੰਮ ਨਹੀਂ ਚੱਲ ਰਿਹਾ ਪੰਜਾਬ 'ਚ, ਜਾਂ ਮੈਂ ਹੀ ਹਾਂ ਤਾਂ ਸਭ ਕੁਝ ਹੈ। ਤੇ ਬਿਲਕੁਲ ਉਹਨਾਂ ਨੂੰ ਜ਼ਰੂਰ ਲੜਨਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੇਰੀ ਗੁਜ਼ਾਰਿਸ਼ ਹੈ, 117 ਸੀਟਾਂ ਤਾਂ ਚਲੋ ਤੁਸੀਂ ਲੜੋ, ਚੰਗੀ ਗੱਲ ਹੈ, ਪਰ ਜੇ ਨਾ ਵੀ ਲੜਨੀਆਂ ਹੁਣ ਤੁਸੀਂ ਜ਼ਰੂਰ ਚੋਣ ਲੜਿਓ, ਤਾਂ ਜੋ ਤੁਹਾਨੂੰ ਇਹ ਪਤਾ ਲੱਗ ਜੇ, ਜਾਂ ਜਿਹੜੇ ਤੁਹਾਡੇ ਲੋਕ ਆ ਆਸੇ ਪਾਸੇ ਜਿਹੜੇ ਤੁਹਾਨੂੰ ਐਡਵਾਈਜ਼ ਕਰ ਰਹੇ ਆ ਇਸ ਗੱਲ ਦੀ, ਉਹਨਾਂ ਦਾ ਵੀ ਤੁਹਾਨੂੰ ਪਤਾ ਲੱਗ ਜੇ ਕਿ ਉਹ ਸੱਚੇ ਦੋਸਤ ਹੈ ਕਿ ਝੂਠੇ ਦੋਸਤ ਹੈ। ਪਤਾ ਲੱਗ ਜਾਣਾ ਚਾਹੀਦਾ ਕਿ ਕੀ ਅਸਲੀਅਤ ਹੈ, ਮੈਨੂੰ ਲੋਕ ਪੰਜਾਬ ਦੇ ਕਿੰਨਾ ਕੁ ਪਿਆਰ ਕਰਦੇ, ਉਹਨਾਂ ਨੂੰ ਖੜੇ ਜ਼ਰੂਰ ਹੋਣਾ ਚਾਹੀਦਾ। ਵਿਧਾਇਕਾਂ ਨੇ ਉਹਨਾਂ ਨੇ ਗੱਲ ਕੀਤੀ, ਕੋਈ ਨਿਰਾਸ਼ ਵਿਧਾਇਕ ਦੱਸੋ, ਉਹਨਾਂ ਨੂੰ ਦੱਸ ਰਿਹਾ ਨਿਰਾਸ਼ ਵਿਧਾਇਕ, ਜਿਨ੍ਹਾਂ ਨੂੰ ਮਿਲਣ ਦਾ ਮੌਕਾ ਕਿਸੇ ਵਿਧਾਇਕ ਨੂੰ ਕਦੇ ਮਿਲਿਆ ਹੀ ਨਹੀਂ। ਤੇ ਹੁਣ ਨਿਰਾਸ਼ ਵਿਧਾਇਕ ਉੱਥੇ ਕੋਈ ਨਿਰਾਸ਼ ਦੱਸੋ ਮੈਨੂੰ ਇੱਕ ਵਿਧਾਇਕ ਜਿਹੜਾ ਨਿਰਾਸ਼ ਹੈ, ਕੌਣ ਦੱਸਣ ਕੌਣ ਨਿਰਾਸ਼ ਹੈ? ਨਿਰਾਸ਼ ਤਾਂ ਉਹ ਨਹੀਂ ਜਿਹੜੇ ਲੋਕ ਮੰਤਰੀ ਪਦ ਜਿਨ੍ਹਾਂ ਨੇ ਆਪਦਾ ਛੱਡਿਆ, ਉਹ ਵੀ ਰਾਹੁਲ ਗਾਂਧੀ ਜੀ ਨੂੰ ਮਿਲ ਕੇ ਆਏ ਆ, ਉਹਨਾਂ ਨੇ ਵੀ ਆਪਦੀ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਤੇ ਹੋਰ ਵਿਧਾਇਕ ਕਿਹੜਾ ਨਿਰਾਸ਼ ਹੈ? ਵਿਧਾਇਕ ਉਦੋਂ ਨਿਰਾਸ਼ ਸੀ ਜਦੋਂ ਕੈਪਟਨ ਸਾਹਿਬ ਉਹਨਾਂ ਨੂੰ ਸਾਲ ਮਿਲਣ ਦਾ ਮੌਕਾ ਨਹੀਂ ਮਿਲਦੇ ਸੀ। ਅੱਜ ਚੰਨੀ ਸਾਹਿਬ ਇੱਕ ਦਿਨ 'ਚ 4 ਵਾਰੀ ਵਿਧਾਇਕ ਨੂੰ ਮਿਲ ਲੈਂਦੇ ਆ। ਕੌਣ ਵਿਧਾਇਕ ਨਿਰਾਸ਼ ਹੈ? ਉਹਨਾਂ ਦੇ ਕਹਿਣ ਨਾਲ ਥੋੜੀ ਹੈ। ਫਿਰ ਉਹਨਾਂ ਨਾਲ ਕੁਰਸੀ ਤੇ ਬਿਠਾਉਂਦੇ, ਇਕੱਲੇ ਪ੍ਰੈਸ ਕਾਨਫਰੰਸ ਕਿਉਂ ਕੀਤੀ ਹੈ? ਸਰ ਅੱਜ ਭਾਜਪਾ ਦੀ ਲੀਡਰਸ਼ਿਪ ਚੰਡੀਗੜ੍ਹ ਵਿਖੇ ਇੱਕ ਬੜੀ ਅਹਿਮ ਜਿਹੜੀ ਮੀਟਿੰਗਸ ਹੈ, ਔਰ ਅੱਜ ਪੋਸਟਰ ਲਾਂਚ ਕੀਤਾ ਜਾ ਰਿਹਾ, ਔਰ ਕਿਹਾ ਜਾ ਰਿਹਾ ਹੈ ਕਿ ਨਵਾਂ ਪੰਜਾਬ ਅਸੀਂ ਜਿਹੜਾ ਕਿ ਲੋਕਾਂ ਵਿੱਚ ਜਾਵਾਂਗੇ, ਨਵਾਂ ਪੰਜਾਬ ਨੂੰ। ਅਸ਼ਵਨੀ ਸ਼ਰਮਾ ਇਹ ਕਹਿੰਦੇ ਨਹੀਂ ਕਿ ਨਵਾਂ ਪੰਜਾਬ ਹੋਏਗਾ, ਭੈ ਮੁਕਤ ਹੋਏਗਾ, तमाम ਚੀਜ਼ਾਂ ਹੋਣਗੀਆਂ। ਕੀ ਲੱਗਦਾ ਜਿਹੜੀ ਮੀਨਾਕਸ਼ੀ ਲੇਖੀ ਜਿਹੜੀ ਕਦੀ ਕਹਿੰਦੀ ਹੁੰਦੀ ਸੀ ਕਿ ਗੁੰਡਾ ਜਿਹੜੇ ਕਿਸਾਨਾਂ ਦੇ ਲਈ ਉਸਨੇ ਵਰਡ ਯੂਜ਼ ਕੀਤੇ ਸੀਗੇ, ਤੇ ਅੱਜ ਹਰਦੀਪ ਪੁਰੀ ਵੀ ਇੱਥੇ ਪਹੁੰਚੇ ਹੋਏ ਨੇ, ਕੀ ਲੱਗਦਾ ਹੈ ਕਿ ਹੁਣ ਜਿਹੜਾ ਇਹਨਾਂ ਨੇ ਚੁਣਾਵ ਦਾ ਇਹ ਕਰ ਰਿਹਾ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕਿਹਦੇ ਤੋਂ ਭੈ ਮੁਕਤ? ਭਾਜਪਾ ਤੋਂ ਭੈ ਮੁਕਤ ਹੋਣਾ ਚਾਹੀਦਾ। ਕਿਹਦਾ ਭੈ ਹੈ? ਕਿਸਾਨ ਨੂੰ ਜਾਂ ਆਮ ਲੋਕਾਂ ਨੂੰ ਕਿਹਦਾ ਭੈ? ਸਾਨੂੰ ਤਾਂ ਸਭ ਨੂੰ ਭਾਜਪਾ ਦਾ ਭੈ ਹੈ। ਭਾਜਪਾ ਨੇ ਸਾਡੇ ਘਰ ਉਜਾੜਨ ਦੀ ਕੋਸ਼ਿਸ਼ ਕੀਤੀ ਹੈ, ਭਾਜਪਾ ਨੇ ਸਾਡੀ ਲੋਕਤੰਤਰ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਜਪਾ ਨੇ ਡਰਾ ਧਮਕਾ ਕੇ ਲੋਕਾਂ ਨੂੰ ਕਿਸੇ ਪਿੱਛੇ ਈਡੀ, ਕਿਸੇ ਪਿੱਛੇ ਇਨਕਮ ਟੈਕਸ, ਇਹ ਡਰਾਇਆ ਜਾ ਰਿਹਾ ਹੈ। ਕਿਸ ਦਾ ਭੈ ਹੈ? ਭਾਜਪਾ ਮੁਕਤ ਪੰਜਾਬ ਚਾਹੀਦਾ ਸਹੀ ਤਾਂ। ਸੋ ਪੋਸਟਰ ਲਾਂਚ ਕਰ ਲੈਣ, ਭਾਵੇਂ ਕੁਝ ਹੋਰ ਲਾਂਚ ਕਰ ਲੈਣ, ਉਹਨਾਂ ਦਾ ਕੁਝ ਹੁਣ ਵੱਟਿਆ ਨਹੀਂ ਜਾਣਾ ਇੱਥੇ। ਸੋ ਇਸੇ ਸਾਡੇ ਨਾਲ ਗੱਲ ਕਰਨ ਦੇ ਲਈ ਰਾਜਾ ਵੜਿੰਗ ਜਿਨ੍ਹਾਂ ਨੇ ਬੋਲਿਆ ਹੈ ਕਿ ਚਾਹੇ ਕੁਝ ਵੀ ਹੋ ਜਾਣ, ਲੇਕਿਨ ਪੰਜਾਬ ਦੀ ਜਨਤਾ ਜਾਣਦੀ ਹੈ ਜੋ ਸੱਚ ਹੈ ਉਹੀ ਸਾਹਮਣੇ ਆਏਗਾ। ਕੈਮਰਾਮੈਨ ਗੌਰਵ ਦੇ ਨਾਲ ਅਮਨਪ੍ਰੀਤ ਕੌਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।